ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਲਗਾਤਾਰ ਕਰੋਨਾ ਦੇ ਮਰੀਜ਼ ਵੱਧ ਰਿਹਾ ਹੈ, ਪਰ ਸਰਕਾਰ ਦੇ ਕੀ ਪ੍ਰਬੰਧ ਹੈ ਇਸ ਬਾਰੇ ਵੀ ਤੁਹਾਨੂੰ ਅੱਜ ਦਿਖਾਵਾਂਗੇ ਕਿ ਬਠਿੰਡਾ ਦੇ ਵਿੱਚ ਵਿੱਤ ਮੰਤਰੀ ਦਾ ਏਰੀਆ ਹੈਗਾ। ਇੱਥੋਂ ਦੇ ਵਿਧਾਇਕ ਨੇ, ਐਮਐਲਏ ਇੱਥੋਂ ਚੁਣੇ ਗਏ ਸੀਗੇ। ਉਸ ਤੋਂ ਬਾਅਦ ਪੰਜਾਬ ਦੀ ਜਿਹੜਾ ਖਜ਼ਾਨਾ ਮੰਤਰੀ ਉਹ ਬਣੇ ਆ ਮਨਪ੍ਰੀਤ ਸਿੰਘ ਬਾਦਲ, ਉਹਨਾਂ ਦਾ ਇਲਾਕਾ ਹੈਗਾ। ਕਿਸ ਤਰੀਕੇ ਦੇ ਹਾਲਾਤ ਨੇ, ਹਾਲ ਹੀ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰ ਵੱਲੋਂ 29 ਵੈਂਟੀਲੇਟਰ ਭੇਜੇ ਗਏ ਸੀਗੇ, ਜਿਹੜੇ ਕਿ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੇ ਗਏ ਆ। ਮਰੀਜ਼ ਜਿਹੜੇ ਹੈਗੇ ਤਰਾਹੀ ਤਰਾਹੀ ਕਰ ਰਹੇ। ਹਸਪਤਾਲ 'ਚ ਜਦੋਂ ਮਰੀਜ਼ ਪਹੁੰਚਦਾ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਪ੍ਰਾਈਵੇਟ ਚਲੇ ਜਾਓ, ਕਿਉਂਕਿ ਵੈਂਟੀਲੇਟਰ ਹੈ ਨਹੀਂ। ਜਿਹੜੇ ਵੈਂਟੀਲੇਟਰ ਸਰਕਾਰ ਵੱਲੋਂ ਭੇਜੇ ਗਏ ਆ 29 ਦੇ ਕਰੀਬ ਵੈਂਟੀਲੇਟਰ ਸੀਗੇ। ਇਹ ਸਾਰੇ ਵੈਂਟੀਲੇਟਰ ਵੱਖ-ਵੱਖ ਹਸਪਤਾਲਾਂ ਨੂੰ ਦੇ ਦਿੱਤੇ ਗਏ ਆ। ਤਾਂ ਸਾਡੇ ਨਾਲ ਇਸ ਮਸਲੇ 'ਤੇ ਖਾਸ ਤੌਰ 'ਤੇ ਗੱਲਬਾਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਸਰੂਪ ਚੰਦ ਸਿੰਗਲਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਲੋਕਾਂ 'ਚ ਵਿਚਰਦੇ ਰਹਿੰਦੇ ਨੇ, ਵਿਧਾਇਕ ਵੀ ਰਹਿ ਚੁੱਕੇ ਨੇ ਅਕਾਲੀ ਦਲ ਦੇ। ਸਿੰਗਲਾ ਜੀ, ਕਿੱਦਾਂ ਦੇਖਦੇ ਹੋ? ਕੋਵਿਡ ਲੈਵਲ 3 ਵੀ ਆਉਣ ਵਾਲਾ ਹੈਗਾ, ਵੱਡੀ ਮਹਾਮਾਰੀ ਫੈਲੀ ਹੋਈ ਹੈ, ਤਾਂ ਸਰਕਾਰ ਜਿਹੜੀ ਦਾਅਵੇ ਕਰ ਰਹੀ ਹੈ ਬਹੁਤ ਕੁਝ ਕਰ ਰਹੀਆਂ ਸੀ। 1 ਮਹੀਨੇ ਬਾਅਦ ਤਾਂ ਮਨਪ੍ਰੀਤ ਬਾਦਲ ਨੇ ਦੌਰਾ ਕੀਤਾ ਸੀਗਾ, ਪਰ ਕੀਤਾ ਕੁਝ ਨਹੀਂ, ਤੇ ਹੁਣ ਵੈਂਟੀਲੇਟਰ ਵੀ ਦੇ ਦਿੱਤੇ ਗਏ ਆ। ਦੇਖੋ, ਜਿਹੜੇ ਅੱਜ ਦੇ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਮੁਤਾਬਕ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨਾਮ ਦੀ ਕੋਈ ਚੀਜ਼ ਹੈ ਜਾਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਮਿਲ ਰਹੀਆਂ। ਇਹ ਬਿਲਕੁਲ ਧਰਤੀ ਤੇ ਨਹੀਂ ਦਿਸ ਰਹੀਆਂ। ਕੁਝ ਦਿਨ ਪਹਿਲਾਂ ਮੈਂ ਲਾਈਵ ਹੋ ਕੇ ਜੋ ਹਾਲਾਤ ਦੱਸੇ ਸੀ, ਤੇ ਉਸ ਤੋਂ ਬਾਅਦ ਵਿੱਤ ਮੰਤਰੀ ਜੀ ਬਾਹਰ ਆਏ। ਜਿਵੇਂ ਇਹਨਾਂ ਦੀ ਆਮ ਆਦਤ ਰਹੀ ਹੈ ਕਿ ਇਕੱਲੀ ਫੋਟੋ ਖਿਚਾਉਣ ਵਾਸਤੇ ਬਾਹਰ ਆਏ, ਸਰਕਾਰੀ ਹਸਪਤਾਲਾਂ ਦੇ ਵਿੱਚ ਗਏ। ਸਰਕਾਰੀ ਹਸਪਤਾਲਾਂ ਦੇ ਵਿੱਚ ਫਾਇਦਾ ਕੀ ਮਿਲਿਆ? ਬਾਕੀ ਲੋਕਾਂ ਨੂੰ ਛੱਡ ਦਈਏ, ਕਿੰਨੇ ਮਰੀਜ਼ ਪਏ ਆ ਛੱਡ ਦਈਏ, ਇੱਕ ਮਰੀਜ਼ ਮਿਲਿਆ। ਇੱਕ ਮਰੀਜ਼ ਦਾ ਪੇਰੈਂਟ ਜਿਹੜਾ ਸੰਭਾਲਣ ਵਾਲਾ ਸੀ ਮਿਲਿਆ। ਉਹਨੇ ਕਿਹਾ ਕਿ ਸਾਨੂੰ ਵੈਂਟੀਲੇਟਰ ਦੀ ਪ੍ਰੋਬਲਮ ਹੈ ਤੇ ਇੱਥੇ ਵੈਂਟੀਲੇਟਰ ਹੈ ਨਹੀਂ, ਤਾਂ ਤੁਸੀਂ ਕੋਈ ਹੱਲ ਕਰੋ। ਤੇ ਇੱਕ ਵੀ ਬੰਦੇ ਨੂੰ ਮੰਤਰੀ ਜੀ ਨਹੀਂ ਕਰੇ, ਹੱਥ ਜੋੜ ਕੇ ਚਲੇ ਗਏ ਵੀ ਤੁਸੀਂ ਪ੍ਰਾਈਵੇਟ ਚਲੇ ਜਾਓ। ਮੰਤਰੀ ਜੀ ਨੂੰ ਇਹ ਪੁੱਛਣ ਵਾਲਾ ਉਸ ਟਾਈਮ ਤੇ ਹੈ ਨਹੀਂ ਸੀ, ਜਾਂ ਮੰਤਰੀ ਜੀ ਜਵਾਬ ਦੇਣ ਦੇ ਜ਼ਰੂਰਤ ਹੀ ਨਹੀਂ ਸਮਝੀ ਕਿ 300 ਰੁਪਇਆ ਇੱਕ ਦਿਹਾੜੀ ਲੈਂਦਾ ਹੋਵੇ ਬੰਦਾ ਤੇ ਲੈਵਲ 3 ਚਲਿਆ ਜਾਵੇ ਤੇ 25,000 ਰੁਪਏ ਰੋਜ਼ ਦਾ ਖਰਚਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਹੋਵੇ ਤੇ ਉਹਦਾ ਇਲਾਜ ਹੋ ਸਕਦਾ। ਵਿੱਤ ਮੰਤਰੀ ਜੀ ਨੂੰ ਉਸੇ ਟਾਈਮ ਦੇ ਉੱਤੇ ਇਹ ਕਹਿਣਾ ਚਾਹੀਦਾ ਸੀ, ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਸਰਕਾਰੀ ਸੁਵਿਧਾਵਾਂ ਖਤਮ ਹੋ ਗਈਆਂ। ਇਹ ਫੇਲੂਅਰ ਲੋਕਾਂ ਦਾ ਨਹੀਂ ਹੈ, ਇਹ ਸਰਕਾਰ ਦਾ ਹੈ। ਸਰਕਾਰੀ ਖਰਚੇ ਤੇ ਇਹਨਾਂ ਨੂੰ ਇਲਾਜ ਕੀਤਾ ਜਾਵੇ। ਮੌਕੇ ਦੇ ਆਦੇਸ਼ ਦੇਣੇ ਚਾਹੀਦੇ ਸੀ ਕਿ ਤੁਸੀਂ ਚਾਹੇ ਰੈੱਡ ਕਰਾਸ 'ਚ ਕਰਾਉਂਦੇ ਕਿ ਇਮੀਡੀਏਟਲੀ ਇਹਨਾਂ ਨੂੰ ਜਿਹੜਾ ਹੈ ਫੌਰੀ ਤੌਰ 'ਤੇ ਮਦਦ ਕੀਤੀ ਜਾਵੇ। ਪਰ ਉਹ ਚਲੇ ਗਏ। ਇਹਦਾ ਮਤਲਬ ਹੈ ਕਿ ਉਹ ਫੋਟੋ ਖਿਚਾਉਣ ਆਏ ਸੀ, ਫੋਟੋ ਖਿਚਾਈ ਉਹਨਾਂ ਨੇ, ਤਾਂ ਫੋਟੋ ਖਿਚਾਤੀ ਆਪਦੀ, ਤੇ ਲੋਕਾਂ ਨੇ ਇਹਨਾਂ ਦੀ ਫੋਟੋ ਖਿੱਚ ਲਈ। ਇਹਨਾਂ ਦਾ ਕਿਰਦਾਰ ਕੀ ਹੈ? ਸਿੰਗਲਾ ਜੀ, ਹੁਣ 29 ਵੈਂਟੀਲੇਟਰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਵੱਡੀ ਰਾਹਤ ਉਹਨਾਂ ਗਰੀਬ ਲੋਕਾਂ ਤੱਕ ਪਹੁੰਚ ਸਕਦੀ ਸੀ ਜੇ ਸਰਕਾਰੀ ਹਸਪਤਾਲ 'ਚ ਵੈਂਟੀਲੇਟਰ ਰੱਖੇ ਜਾਂਦੇ? ਜਿਹੜੇ ਅਧਿਕਾਰੀ ਨੇ, ਸਿਵਲ ਸਰਜਨ ਨੇ, ਉਹ ਕਹਿੰਦੇ ਕਿ ਅਸੀਂ ਪ੍ਰਾਈਵੇਟ ਹਸਪਤਾਲ ਨਾਲ ਮਿਲ ਕੇ ਚੱਲ ਰਹੇ ਹਾਂ, ਲੋਨ ਦਿੱਤੇ ਹੋਏ ਸਾਨੂੰ ਵਾਪਸ ਆ ਜਾਣਗੇ। ਦੇਖੋ, ਇਹ ਜਿਹੜੀ ਸਰਕਾਰ ਹੈ, ਇੱਥੋਂ ਦੇ ਜਿਹੜੇ ਇਹਦੇ ਵਿੱਤ ਮੰਤਰੀ ਹੈ, ਚਾਹੇ ਪੰਜਾਬ ਦੇ ਮੰਤਰੀਆਂ ਦੀ ਗੱਲ ਕਰ ਲਾਂ, ਚਾਹੇ ਐਮਐਲਏ ਦੀ ਗੱਲ ਕਰ ਲਾਂ, ਉਹ ਲੋਕਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਬਣਦੀਆਂ ਸੀ ਉਹ ਭੁੱਲ ਚੁੱਕੇ ਆ। ਵੈਂਟੀਲੇਟਰ ਲੋਨ ਤੇ ਕਿਉਂ ਦਿੱਤੇ, ਕਿਵੇਂ ਦਿੱਤੇ, ਕੋਈ ਐਗਰੀਮੈਂਟ ਨਹੀਂ ਹੋਇਆ। ਸਰਕਾਰੀ ਹਸਪਤਾਲ ਲਈ PM ਕੇਅਰ ਫੰਡ ਦੇ ਵਿੱਚੋਂ 26 ਜਾਂ 29 ਵੈਂਟੀਲੇਟਰ ਆਏ, ਤੁਸੀਂ ਚੱਕ ਕੇ ਪ੍ਰਾਈਵੇਟ ਹਸਪਤਾਲਾਂ 'ਚ ਭੇਜਤੇ ਤੇ ਪ੍ਰਾਈਵੇਟ ਹਸਪਤਾਲਾਂ ਨਾਲ ਕੋਈ MOU ਸਾਈਨ ਨਹੀਂ ਹੋਇਆ ਵੀ ਜੋ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ ਆਉਣਗੇ ਉਹ ਮਰੀਜ਼ਾਂ ਦਾ ਇਲਾਜ ਇੰਨੇ % ਤੇ ਕੀਤਾ ਜਾਊ, ਸਸਤਾ ਕੀਤਾ ਜਾਊ, ਅੱਧੇ ਰੇਟ ਲਾਏ ਜਾਣਗੇ, ਰੇਟ ਨਹੀਂ ਲਾਏ ਜਾਣਗੇ। ਜਾਂ ਫਿਰ ਇਹਨਾਂ ਨੇ ਜਿਹੜੇ ਵੈਂਟੀਲੇਟਰ ਦਿੱਤੇ ਹੈ
ਉਹ ਜਿਵੇਂ ਬਾਕੀ ਜੋ ਟੈਕਸ ਲੱਗ ਰਿਹਾ ਉਹ ਜੋ ਟੈਕਸ ਉਹਨਾਂ ਨੂੰ ਆ ਰਿਹਾ। ਇਹ ਗੱਲ ਸਾਰੀ ਜਿਹੜੀ ਹੈਗੀ ਆ ਡੂੰਘਾਈ ਨਾਲ ਇਨਕੁਆਇਰੀ ਕਰਨ ਦੀ ਲੋੜ ਹੈ। ਮੈਂ ਤਾਂ ਪ੍ਰਧਾਨ ਮੰਤਰੀ ਤੁਹਾਡੇ ਰਾਹੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੀ CBI ਤੋਂ ਇਨਕੁਆਇਰੀ ਕਰਾਓ। ਜਿਹੜੇ ਅੱਜ ਲੋਕ ਮਰ ਰਹੇ ਆ ਇਹਨਾਂ ਕੋਲੇ ਜਵਾਬ ਦੇਣ ਨੂੰ ਵੀ ਟਾਈਮ ਨਹੀਂ, ਤੇ ਇਹਨਾਂ ਕੋਲੇ ਜੋ ਸਰਕਾਰੀ ਚੀਜ਼ਾਂ ਖੁਰਦ ਪਰਦ ਕਰਨ ਦਾ ਕੀ ਇਖਤਿਆਰ ਹੈ, ਉਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਸਰਕਾਰੀ ਡਿਪਾਰਟਮੈਂਟ ਹੁੰਦਾ ਹੈ ਸਿਹਤ ਵਿਭਾਗ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੀ ਸਿਹਤ ਸਹੂਲਤਾਂ ਦੇਣ ਦੀਆਂ। ਜੇ ਸਿਹਤ ਸਹੂਲਤਾਂ ਦੇਣ 'ਚ ਸਰਕਾਰ ਫੇਲ ਹੋ ਰਹੀ ਹੈ, ਸਰਕਾਰੀ ਮਸ਼ੀਨਰੀ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਰਹੀ ਹੈ, ਇਹਦਾ ਮਤਲਬ ਇਹਨਾਂ ਕੋਲੇ ਆਪਣੇ ਮੈਨ ਪਾਵਰ ਹੈ ਨਹੀਂ, ਤਾਂ ਹੀ ਦਿੱਤਾ ਗਿਆ ਜੀ। ਦੇਖੋ, ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨ ਪਾਵਰ ਦੀ ਕੋਈ ਕਮੀ ਨਹੀਂ ਹੈ, ਰਿਸੋਰਸ ਦੀ ਕੋਈ ਕਮੀ ਨਹੀਂ ਹੈ। ਕਮੀ ਤਾਂ ਇਸ ਗੱਲ ਦੀ ਹੈ ਕਿ ਕੋਆਰਡੀਨੇਸ਼ਨ ਦੀ ਕਮੀ ਹੈ। ਗੱਲ ਇਹ ਹੈ ਵੀ ਕਿਸੇ ਨੂੰ ਕਿਸੇ ਨਾਲ ਕੋਈ ਇੰਟਰਸਟ ਨਹੀਂ ਹੈ। ਅੱਜ ਇਹ ਨੇਤਾਵਾਂ ਨੂੰ ਲੱਗਦਾ ਹੈ ਕਿ ਕੁਝ ਮਹੀਨੇ ਰਹਿ ਗਏ, ਲੋਕਾਂ ਨੂੰ ਲੁੱਟ ਲਓ ਜਿੰਨਾ ਲੁੱਟੀਦਾ। ਆਮ ਲੋਕਾਂ ਵਾਸਤੇ ਇਹਨਾਂ ਕੋਲ ਇਹਨਾਂ ਦਾ ਟਾਈਮ ਹੈ ਨਾ, ਇਹ ਲੋਕਾਂ ਦੀ ਜਿਹੜੀ ਹੈਗੀ ਆ ਸਾਰ ਲੈ ਰਿਹਾ। ਇਹਦਾ ਕਾਰਨ ਹੈ ਅੱਜ ਲੋਕ ਮਰ ਰਹੇ ਆ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹਸਪਤਾਲਾਂ 'ਚ ਇਹ ਦਿੱਤੇ ਗਏ ਨੇ ਵੈਂਟੀਲੇਟਰ, ਉਹ ਹਸਪਤਾਲ ਪ੍ਰਾਈਵੇਟ ਹੈ, ਕੀ ਉਹ ਸਰਕਾਰੀ ਉਸ ਰੇਟ ਲੈ ਸਕਦੇ ਆ ਉਸ ਤਰੀਕੇ? ਕਿਉਂਕਿ ਸੁਵਿਧਾਵਾਂ ਬਹੁਤ ਹੁੰਦੀਆਂ ਉਹਨਾਂ ਕੋਲੇ। ਤੁਹਾਨੂੰ ਲੱਗਦਾ ਕਿ ਲੁੱਟ ਹੋਊਗੀ ਫਿਰ ਉੱਥੇ ਉਹਨਾਂ ਦੀ? ਦੇਖੋ, ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸਰਕਾਰੀ ਪ੍ਰਾਪਰਟੀ ਹੈ, ਸਰਕਾਰੀ ਮਸ਼ੀਨਰੀ ਹੈ, ਉਹ ਬਾਹਰ ਗਈ ਹੈ। ਗਈ ਹੈ ਤਾਂ ਕਿਉਂ ਗਈ ਹੈ? ਜੇ ਉਹ ਗਈ ਹੈ ਤਾਂ MOU ਸਾਈਨ ਹੋਣਾ ਚਾਹੀਦਾ ਸੀ ਵੀ ਸਰਕਾਰੀ ਹਸਪਤਾਲ 'ਚ ਭਾਈ ਸਾਡੇ ਕੋਲੇ ਅਸੀਂ ਕੰਮ ਤੁਹਾਨੂੰ ਦੇ ਦਿੰਦੇ ਹਾਂ ਤੇ ਸਾਡੇ ਮਰੀਜ਼ਾਂ ਨੂੰ ਤੁਸੀਂ ਸੰਭਾਲੋਗੇ, ਤੁਸੀਂ ਫ੍ਰੀ ਕਰੋਗੇ, ਤੁਸੀਂ ਇੰਨੇ ਪੈਸੇ ਰੋਜ਼ ਦੇ ਲਵਾਓਗੇ। ਮਤਲਬ ਇਹਦਾ ਮਤਲਬ ਜਾਂ ਉਹ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਵੀ ਲੈਂਡ ਚੁਕਾ ਦਿਓ ਤੇ ਅੰਡਰ ਦੀ ਟੇਬਲ ਸਾਰਾ ਸਿਸਟਮ ਕਰਾਂਗੇ। ਕੋਈ ਨਾ ਕੋਈ ਗੱਲ ਤਾਂ ਅੰਦਰੋਂ ਹੈ ਜੀ ਰੱਖਿਆ ਹੋਇਆ। ਆਮ ਲੋਕ ਤਾਂ ਰਹਿ ਜਾਣਗੇ ਨਾ ਇਲਾਜ ਤੋਂ। ਜਿਹੜੇ ਗਰੀਬ ਲੋਕ ਨੇ, ਜੇਕਰ ਕੋਵਿਡ 'ਚ ਪੋਜ਼ਿਟਿਵ ਆ ਜਾਂਦੇ, ਜਿਹੜੇ ਬਹੁਤ ਮਤਲਬ ਤੰਗੀ ਆਕਸੀਜਨ ਦੀ ਪਹਿਲਾਂ ਹੀ ਹਸਪੀਟਲ 'ਚ ਸੀਗੀ, ਸਿਲੰਡਰ ਉਹਨੇ ਨਹੀਂ ਆ ਰਹੇ, ਹੁਣ ਵੈਂਟੀਲੇਟਰ ਵੀ ਸ਼ਿਫਟ ਕਰ ਦਿੱਤਾ। ਆਮ ਲੋਕ ਤਾਂ ਫਸੇ ਨੇ ਜਿਹੜੇ ਮਰੀਜ਼ ਨੇ। ਦੇਖੋ, ਜਿੰਨੀਆਂ ਮੌਤਾਂ ਹੋ ਰਹੀਆਂ ਅੱਜ, ਜਿੱਥੇ ਟੈਸਟਿੰਗ ਹੋ ਰਹੀ ਆ ਉੱਥੇ ਕੋਵਿਡ ਪੋਜ਼ਿਟਿਵ ਕਹਿ ਰਹੇ ਆ, ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ। ਇਹ ਮੌਤਾਂ ਦਾ ਜ਼ਿੰਮੇਵਾਰ ਇਹ ਕੌਣ ਨੇ? ਇਹ ਸਾਰੇ ਲੋਕ ਨੇ। ਆਉਣ ਵਾਲੇ ਟਾਈਮ ਦੇ ਵਿੱਚ ਲੋਕ ਜਵਾਬ ਮੰਗਣਗੇ। ਇਹ ਜਿਹੜੀ ਗੱਲ ਅੱਜ ਮੈਂ ਕਹਿ ਸਕਦਾ ਕਿ ਕੋਵਿਡ ਦਾ ਟਾਈਮ ਹੈ, ਮਹਾਮਾਰੀ ਫੈਲੀ ਹੋਈ ਹੈ, ਮਹਾਮਾਰੀ ਦੇ ਵਿੱਚ ਇਹ ਜਿਹੜੇ ਕੰਮ ਹੈ, ਮੈਂ ਕਹਿ ਸਕਦਾ ਕਿ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ, ਕਿਉਂਕਿ ਅੱਜ ਜੇ ਉਹ ਵੈਂਟੀਲੇਟਰ 23 ਜਾਂ 29 ਵੈਂਟੀਲੇਟਰ ਚੱਲਦੇ ਹੁੰਦੇ, ਚਾਹੇ ਸਰਕਾਰੀ ਹਸਪਤਾਲ ਚੱਲੇ ਹੁੰਦੇ ਤੇ ਅੱਜ ਬਦਤਰ ਹਾਲਾਤ ਨਹੀਂ ਹੋਣੇ ਸੀ ਜਿਹੜੇ ਅੱਜ ਹੋ ਰਹੇ ਨੇ। ਇੰਨੀਆਂ ਮੌਤਾਂ ਨਹੀਂ ਹੋਣੀਆਂ ਸੀ ਜਿਹੜੀਆਂ ਹੋ ਰਹੀਆਂ। ਇਹ ਸਾਰੇ ਕੁਛ ਦੀ ਸਰਕਾਰ ਜ਼ਿੰਮੇਵਾਰ ਹੈ, ਇੱਥੋਂ ਦੇ ਜਿਹੜੇ ਹੈਗੇ ਵਿੱਤ ਮੰਤਰੀ ਜ਼ਿੰਮੇਵਾਰ ਹੈ। ਆਉਣ ਵਾਲੇ ਟਾਈਮ ਦੇ 'ਚ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਪਏਗਾ। ਸਰਕਾਰ ਨੂੰ ਕੀ ਮੈਸੇਜ? ਕਿਉਂਕਿ ਕੈਪਟਨ ਸਾਹਿਬ ਲਗਾਤਾਰ ਲਾਈਵ ਹੋ ਕੇ ਦੱਸਦੇ ਆ ਕੋਵਿਡ ਦੇ ਇੰਨੇ ਮਰੀਜ਼ ਆ, ਸਖਤਾਈ ਆ, ਹਦਾਇਤਾਂ, ਕੀ ਕਹੋਗੇ ਮੁੱਖ ਮੰਤਰੀ ਸਾਹਿਬ ਨੂੰ? ਮੁੱਖ ਮੰਤਰੀ ਸਾਹਿਬ, ਹਾਲ ਬਹੁਤ ਬਦਤਰ ਹੈ। ਤੁਹਾਡੀਆਂ ਫਤਿਹ ਕਿੱਟਾਂ ਲੋਕਾਂ ਕੋਲੇ ਜਾ ਰਹੀਆਂ, ਗੱਲਾਂ ਕਰ ਰਹੇ ਹੋ, ਆਕਸੀਮੀਟਰ ਉਹਨਾਂ ਦੇ ਵਿੱਚ ਹੈ ਨਹੀਂ। ਉਹ ਆਕਸੀਮੀਟਰ ਕੌਣ ਖਾ ਗਿਆ? ਮਹਿੰਗੀ ਚੀਜ਼ ਆਕਸੀਮੀਟਰ ਹੈ। ਬਾਕੀ ਜਿਹੜੀਆਂ ਦਵਾਈਆਂ ਉਹਨਾਂ ਵਿੱਚ ਕੋਈ ਦਮ ਨਹੀਂ ਹੈ। ਉਹ ਦਵਾਈਆਂ ਜੋ ਮਰਜ਼ੀ ਕੋਈ ਖਰੀਦ ਸਕਦਾ ਹੈ। ਮੇਨ ਗੱਲ ਅੱਜ ਆਕਸੀਮੀਟਰ 2-2 ਹਜ਼ਾਰ ਰੁਪਏ ਦਾ ਆਕਸੀਮੀਟਰ ਵਿਕ ਰਿਹਾ, ਤਾਂ ਕੀ ਉਹ ਜਿਹੜੇ ਆਕਸੀਮੀਟਰ ਤੁਸੀਂ ਭੇਜ ਰਹੇ ਹੋ ਇੱਥੇ ਵੇਚੇ ਜਾ ਰਹੇ ਆ ਜਾਂ ਉੱਥੇ ਘਪਲਾ ਹੋ ਰਿਹਾ? ਇਹ ਡੂੰਘਾਈ ਦੇ ਨਾਲ ਦੇਖਣ ਦੀ ਗੱਲ ਹੈ। ਮੈਂ ਸਬੂਤ ਦੇ ਸਕਦਾ, ਮੇਰੇ ਕੋਲੇ ਇਸ ਤਰ੍ਹਾਂ ਦੇ ਸਬੂਤ ਹੈ ਕਿ ਸੈਂਕੜੇ ਬੰਦਿਆਂ ਨੂੰ ਆਕਸੀਮੀਟਰ ਨਹੀਂ ਮਿਲੇ। ਆਕਸੀਮੀਟਰ ਕਿੱਥੇ ਗਏ? ਉਹ ਘੁਟਾਲਾ ਹੈ। ਘੁਟਾਲਿਆ ਦਾ ਪਰਦਾਫਾਸ਼ ਹੋਣਾ ਚਾਹੀਦਾ। ਮੈਂ ਕਹੂੰਗਾ ਕਿ ਐਡੂ ਵੱਡੀ ਤਰਾਸਦੀ ਨਹੀਂ ਹੋ ਸਕਦੀ, ਐਡੂ ਵੱਡੀ ਕੋਈ ਲੋਕਾਂ ਦੇ ਉੱਤੇ ਜਿਹੜਾ ਹੈਗਾ ਦੁੱਖਾਂ ਦਾ ਪਹਾੜ ਨਹੀਂ ਟੁੱਟ ਸਕਦਾ। ਹੁਣ ਤੁਹਾਨੂੰ ਬਾਹਰ ਨਿਕਲ ਕੇ ਨੀਚੇ ਆਉਣਾ ਚਾਹੀਦਾ ਹੈ ਔਰ ਲੋਕਾਂ ਦੀ ਖਬਰਸਾਰ ਲੈ ਕੇ ਜਿਹੜੇ ਲੋਕ ਮਰ ਰਹੇ ਆ, ਜੇ ਤੁਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੋਗੇ ਤੇ ਇਹ ਮੌਤਾਂ ਦਾ ਜਿਹੜਾ ਅੰਕੜਾ ਘੱਟ ਹੋ ਸਕਦਾ। ਮੈਂ ਇਹੀ ਬੇਨਤੀ ਕਰਨਾ ਚਾਹਾਂਗਾ, ਤੁਸੀਂ ਬਾਹਰ ਨਿਕਲ ਕੇ ਧਰਤੀ ਤੇ ਆਓ, ਲੋਕਾਂ ਦੀਆਂ ਪ੍ਰੋਬਲਮਾਂ ਨੂੰ ਸੁਣ ਕੇ ਇਮੀਡੀਏਟਲੀ ਜ਼ਿਲ੍ਹੇ ਪੱਧਰ ਦੇ ਉੱਤੇ, ਅੱਜ ਜ਼ਿਲ੍ਹੇ ਪੱਧਰ ਦੇ ਉੱਤੇ ਕਮੇਟੀਆਂ ਬਣ ਕੇ ਇਮੀਡੀਏਟਲੀ ਨਾਲ ਦੀ ਨਾਲ ਜਿੱਥੇ ਜਿਹੜੇ ਹਸਪਤਾਲਾਂ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਦੀਆਂ ਨਿਪਟਾਰਾ ਡੇਲੀ ਹੋਣਾ ਚਾਹੀਦਾ। ਪਰ ਅੱਜ ਨਿਪਟਾਰਾ ਕਰਨ ਵਾਲਾ ਕੋਈ ਨਹੀਂ। ਲੋਕ ਮौज ਮਸਤੀ ਕਰ ਰਹੇ ਆ, ਜਿਹੜੇ ਲੋਕ ਮਰ ਰਹੇ ਆ ਉਹ ਆਪਣੇ ਆਪ ਮਤਲਬ ਜਿਹੜੇ ਲੋਕਾਂ ਤੇ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਉਹਨਾਂ ਦੇ ਹਾਲਾਤ ਅੱਜ ਬਦਤਰ ਹੁੰਦੇ। ਸਰਕਾਰ ਕਿਤੇ ਨਾ ਕਿਤੇ ਫੇਲ ਹੋਈ ਹੈ, ਬੁਰੀ ਤਰ੍ਹਾਂ ਫੇਲ ਹੋਈ ਹੈ।
ਸੋ ਇਹ ਸਨ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਬਠਿੰਡਾ ਤੋਂ ਸਰੂਪਚੰਦ ਸਿੰਗਲਾ ਜੀ, ਜਿਨ੍ਹਾਂ ਨੇ ਗੱਲ ਸਰਕਾਰ ਦੇ ਉੱਤੇ ਸਵਾਲ ਚੁੱਕਿਆ ਕਿ ਸਿਹਤ ਸੁਵਿਧਾਵਾਂ ਦੇਣਾ ਸਰਕਾਰ ਦਾ ਪਹਿਲਾ ਫਰਜ਼ ਆ, ਉਹ ਵੀ ਉਸ ਮਹਾਮਾਰੀ ਦੇ ਦੌਰਾਨ ਜਿਹੜੀ ਦੇਸ਼ 'ਚ ਫੈਲੀ ਹੋਈ ਹੈ। ਇਸ ਕਰਕੇ ਜਿਹੜੇ ਵੈਂਟੀਲੇਟਰ ਦਿੱਤੇ ਗਏ ਆ ਉਹ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੈਂਟੀਲੇਟਰ ਵਾਪਸ ਮੰਗਾਏ ਜਾਣ। ਸਿਵਲ ਹਸਪੀਟਲ ਦਾ ਡਿਪਾਰਟਮੈਂਟ ਜਿਹੜਾ ਡਾਕਟਰ ਨੇ ਜਿਹੜੇ ਆ ਉਹਨੂੰ ਚਲਾਉਣ ਵਾਲੇ ਜਿਹੜੇ ਮੁਲਾਜ਼ਮ ਹੈਗੇ ਆ ਉਹ ਤੈਨਾਤ ਕੀਤੇ ਜਾਣ, ਭਰਤੀ ਕੀਤੀ ਜਾਵੇ, ਤਾਂ ਕਿ ਪ੍ਰਾਈਵੇਟ ਹਸਪਤਾਲਾਂ 'ਚ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਹੈ ਉਹ ਬਚੇ, ਤੇ ਨਾਲੇ ਲੋਕ ਜਿਹੜੀ ਸਰਕਾਰੀ ਸੁਵਿਧਾ ਦਾ ਬੈਨੀਫਿਟ ਉਹਨਾਂ ਨੂੰ ਸਸਤੇ 'ਚ ਪੈ ਸਕਦਾ ਹੈ, ਉੱਥੇ ਲੋਕਾਂ ਦੀ ਲੁੱਟ ਨਾ ਹੋਵੇ। ਇਸ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਦੇਖਣ ਵਾਲਾ ਹੋਊਗਾ ਕਿ ਪੰਜਾਬ ਸਰਕਾਰ ਇਸ ਮਸਲੇ 'ਚ ਕੀ ਫੈਸਲਾ ਲੈਂਦੀ ਹੈ, ਕੀ ਉਹ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ 'ਚੋਂ ਵਾਪਸ ਸਰਕਾਰੀ ਚਾਹੁੰਦੀ ਹੈ, ਜਾਂ ਇਸੇ ਤਰੀਕੇ ਨਾਲ ਲੋਕ ਜਿਹੜੇ ਆ ਪ੍ਰਾਈਵੇਟ ਹਸਪਤਾਲਾਂ 'ਚ ਆਪਣੀ ਲੁੱਟ ਕਰਵਾਉਂਦੇ ਰਹਿਣਗੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਬਠਿੰਡਾ।